ਹੈਲੋ एवरीवन ਵੈਲਕਮ ਟੂ ਸਟਰੀ ਸ਼ੌਕਟ ਯੋਰ ਸਟੱਡੀ ਬਿਕਮਸ ਈਜ਼ੀਅਰ। ਤਾਂ ਆਪਾਂ ਅੱਜ ਕਰਨ ਲੱਗੇ ਹਾਂ ਜੀ ਪੰਜਾਬੀ ਗ੍ਰਾਮਰ ਦਾ ਪਹਿਲਾ ਲੈਕਚਰ, ਜਿਹਦੇ ਵਿੱਚ ਆਪਾਂ ਸਮਝਾਂਗੇ ਭਾਸ਼ਾ ਬਾਰੇ ਤੇ ਭਾਸ਼ਾ ਬਾਰੇ ਅੱਗੇ ਪੂਰਾ ਜਿਹੜਾ ਗਿਆਨ ਆਪਾਂ ਇਹਦੇ ਵਿੱਚ ਲਵਾਂਗੇ। ਇਹ ਜਿਹੜਾ ਲੈਕਚਰ ਹੈ ਗ੍ਰਾਮਰ ਦਾ ਲੈਕਚਰ ਜਿਹੜਾ ਆਪਾਂ ਸ਼ੁਰੂ ਕੀਤਾ ਪੰਜਾਬੀ ਗ੍ਰਾਮਰ ਦਾ, ਇਹ ਸਿਰਫ ਈਟੀਟੀ ਦੀਆਂ ਪੋਸਟਾਂ ਜਾਂ ਮਾਸਟਰ ਕੈਡਰ ਦੀਆਂ ਪੋਸਟਾਂ ਦੇ ਲਈ ਹੀ ਹੈਲਪਫੁਲ ਨਹੀਂ ਹੈ, ਬਲਕਿ ਨਾਲ ਦੀ ਨਾਲ ਹੀ ਲਈ ਤਾਂ ਹੈ ਹੀ ਹੈ, ਤੇ ਨਾਲ ਹੀ ਬਾਕੀ ਜਿੰਨੇ ਹੋਰ ਕੰਪੀਟੀਟਿਵ ਐਗਜ਼ਾਮਸ ਹੈ ਜਿੱਥੇ ਪੰਜਾਬੀ ਜਿਹੜੀ ਗ੍ਰਾਮਰ ਹੈ ਉਹ ਆਉਂਦੀ ਹੈ, ਪੰਜਾਬ ਦੇ ਜਿੰਨੇ ਪੇਪਰ ਹੁੰਦੇ ਆਪਾਂ ਨੂੰ ਪਤਾ ਉਹਨਾਂ 'ਚ ਪੰਜਾਬੀ ਜਿਹੜੀ ਲਾਜ਼ਮੀ ਮੰਨੀ ਜਾਂਦੀ ਹੈ। ਤਾਂ ਹੋਰ ਵੀ ਜਿੰਨੇ ਵੀ ਐਗਜ਼ਾਮਸ ਹੈ ਜਿਨ੍ਹਾਂ ਵਿੱਚ ਪੰਜਾਬੀ ਗ੍ਰਾਮਰ ਜਿਹੜੀ ਆ ਉਹ ਪੇਪਰ ਦੇ ਵਿੱਚ ਐਜ਼ ਅ ਸਬਜੈਕਟ ਆਉਂਦੀ ਹੈ, ਤਾਂ ਉੱਥੇ ਵੀ ਇਹ ਜਿਹੜੀ ਹੈ ਹੈਲਪਫੁਲ ਹੈ। ਜਿਵੇਂ ਮੈਨੂੰ ਪਤਾ ਟੈਟ ਦੇ ਐਗਜ਼ਾਮ ਦੇ ਵਿੱਚ ਵੀ ਇਹ ਜਿਹੜਾ ਸਬਜੈਕਟ ਆਉਂਦਾ ਹੈ। ਸੀ ਟੈਟ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਜਿਹੜੇ ਸਟੂਡੈਂਟਸ ਆ ਹੁਣ ਉਹ ਪੰਜਾਬੀ ਲੈਂਗੁਏਜ ਚੂਜ਼ ਕਰ ਸਕਦੇ, ਤਾਂ ਉੱਥੇ ਪੰਜਾਬੀ ਗ੍ਰਾਮਰ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ। ਤਾਂ ਸਾਰੇ ਹੀ ਪੰਜਾਬ ਦੇ ਜਿਹੜੇ ਗਵਰਨਮੈਂਟ ਐਗਜ਼ਾਮਸ ਆ ਉਹਨਾਂ ਵਿੱਚ ਵੀ ਇਹ ਪੰਜਾਬੀ ਗ੍ਰਾਮਰ ਦਾ ਜਿਹੜਾ ਲੈਕਚਰ ਹੈਗਾ ਉਹਨਾਂ ਲਈ ਹੈਲਪਫੁਲ ਰਹੇਗਾ। ਤਾਂ ਸ਼ੁਰੂ ਕਰਦੇ ਜੀ ਪੰਜਾਬੀ ਗ੍ਰਾਮਰ ਦੇ ਲੈਕਚਰ ਨੂੰ। ਤੇ ਅੱਜ ਆਪਾਂ ਇੱਥੇ ਗੱਲ ਕਰਨ ਵਾਲੇ ਹਾਂ ਭਾਸ਼ਾ ਬਾਰੇ। ਤਾਂ ਸਿਲੇਬਸ ਜਿਹੜਾ ਮੈਂ ਇੱਥੇ ਤੁਹਾਨੂੰ ਦੱਸ ਦੇਵਾਂ, ਗ੍ਰਾਮਰ ਦਾ ਕੋਈ ਸਿਲੇਬਸ ਇੱਦਾਂ ਨਹੀਂ ਹੁੰਦਾ ਕਿ ਇਸ ਕਲਾਸ ਤੋਂ ਲੈ ਕੇ ਉਸ ਕਲਾਸ ਤੱਕ ਦਾ ਸਿਲੇਬਸ ਹੈਗਾ, ਲੇਕਿਨ ਜਿਹੜਾ ਪੰਜਾਬੀ ਗ੍ਰਾਮਰ ਦਾ ਇੱਥੇ ਸਿਲੇਬਸ ਮੈਂ ਫਿਰ ਵੀ ਤੁਹਾਨੂੰ ਦੱਸ ਦੇਵਾਂ ਕਿ +2 ਤੱਕ ਦਾ ਆਪਾਂ ਸਿਲੇਬਸ ਇੱਥੇ ਜਿਹੜਾ ਹੈਗਾ ਉਹ ਕੰਸੀਡਰ ਕਰਾਂਗੇ। ਤਾਂ ਆਪਾਂ ਇੱਥੇ ਪੰਜਾਬੀ ਗ੍ਰਾਮਰ ਜਿਹੜੀ ਆਪਾਂ ਨੂੰ ਪਤਾ +2 ਲੈਵਲ ਤੱਕ ਸਾਰੀ ਹੀ ਗ੍ਰਾਮਰ ਆ ਜਾਂਦੀ ਹੈ, ਤਾਂ ਪੰਜਾਬੀ ਦੀ ਸਾਰੀ ਗ੍ਰਾਮਰ ਆਪਾਂ +2 ਲੈਵਲ ਤੱਕ ਦੀ ਇੱਥੇ ਕੰਸੀਡਰ ਕਰਕੇ ਆਪਾਂ ਚੱਲਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਾਸ਼ਾ ਬਾਰੇ। ਤੇ ਭਾਸ਼ਾ ਕੀ ਹੁੰਦੀ ਹੈ? देखो कोई भी लैंग्वेज है, चाहे भाषा मतलब कोई भी लैंग्वेज, तो भाषा जो है भाषा की काम करती है, भाषा क्यों ज़रूरी है या की हुंदी है भाषा। तो ਆਪਾਂ ਸਭ ਨੂੰ ਪਤਾ ਹੈ ਕਿ ਭਾਸ਼ਾ ਇੱਕ ਐਸੀ ਚੀਜ਼ ਹੈ ਜਿਸ ਦੇ ਥਰੂ ਜਿਹੜੇ ਮਨੁੱਖ ਹੈ ਉਹ ਆਪਣੇ ਵਿਚਾਰਾਂ ਨੂੰ ਇੱਕ ਬੰਦਾ ਦੂਸਰੇ ਬੰਦੇ ਤੱਕ, ਇੱਕ ਜਿਹੜਾ ਪਰਸਨ ਹੈ ਦੂਸਰੇ ਪਰਸਨ ਤੱਕ ਜਿਹੜਾ ਉਹ ਪਹੁੰਚਾਉਂਦਾ ਹੈ। ਤਾਂ ਯਾਨੀ ਕਿ ਵਿਚਾਰ ਵਟਾਂਦਰਾ ਕਰਨ ਦਾ ਇੱਕ ਸਾਧਨ ਹੈ ਭਾਸ਼ਾ। ਤਾਂ ਮਨੁੱਖ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਂਦਾ ਹੈ। ਕਿਸ ਦੇ ਰਾਹੀਂ ਪਹੁੰਚਾਉਂਦਾ ਹੈ? ਭਾਸ਼ਾ ਦੇ ਰਾਹੀਂ ਪਹੁੰਚਾਉਂਦਾ ਹੈ। ਤਾਂ ਇੱਕ ਵਿਚਾਰਾਂ ਨੂੰ ਆਦਾਨ ਪ੍ਰਦਾਨ ਕਰਨ ਦਾ ਸਾਧਨ ਜਿਹੜਾ ਹੈ ਉਹ ਭਾਸ਼ਾ ਹੈ। ਤਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ ਕਿ ਭਾਸ਼ਾ ਕੀ ਹੈ? ਭਾਸ਼ਾ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਸਾਧਨ। ਚਾਹੇ ਕੋਈ ਵੀ ਹੋਵੇ, ਭਾਸ਼ਾ ਜੋ ਹੈ ਉਹ ਕੀ ਹੈ? ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਇੱਕ ਸਾਧਨ ਹੈ। ਕੋਈ ਵੀ ਪਰਸਨ ਨੇ ਅਗਰ ਉਸਨੇ ਭਾਸ਼ਾ ਦਾ ਆਦਾਨ ਪ੍ਰਦਾਨ ਕਰਨਾ ਹੈ, ਆਪਣੇ ਵਿਚਾਰ ਆਪਣੇ ਥੋਟਸ ਜਿਹੜੇ ਹੈਗੇ ਆ ਉਹ ਇੱਕ ਪਰਸਨ ਤੋਂ ਦੂਸਰੇ ਪਰਸਨ ਤੱਕ ਪਹੁੰਚਾਉਣੇ ਹੈ, ਤਾਂ ਕਿਸ ਤਰ੍ਹਾਂ ਪਹੁੰਚਾਏਗਾ? ਆਪਣੀ ਭਾਸ਼ਾ ਦੀ ਮਦਦ ਨਾਲ ਪਹੁੰਚਾਏਗਾ। ਤਾਂ ਭਾਸ਼ਾ ਜਿਹੜੀ ਹੈਗੀ ਆ ਆਪਣੇ ਵਿਚਾਰਾਂ ਨੂੰ ਇੱਕ ਦੂਸਰੇ ਤੱਕ ਪਹੁੰਚਾਉਣ ਲਈ ਬਹੁਤ ਇੰਪੋਰਟੈਂਟ ਹੈ। ਜੇ ਭਾਸ਼ਾ ਹੀ ਨਾ ਹੋਵੇ ਸਾਡੇ ਪਾਸ, ਕੋਈ ਸੋਚ ਕੇ ਦੇਖੋ, ਅਗਰ ਸਾਨੂੰ ਕੋਈ ਲੈਂਗੁਏਜ ਆਉਂਦੀ ਹੀ ਨਹੀਂ, ਕਿਸੇ ਤਰ੍ਹਾਂ ਕੁਛ ਵੀ ਕੋਈ ਵੀ ਬੋਲਣੀ ਨਹੀਂ ਆਉਂਦੀ, ਚਾਹੇ ਤੁਹਾਡੀ ਕੋਈ ਵੀ ਭਾਸ਼ਾ ਹੈ, ਤੁਹਾਨੂੰ ਕੋਈ ਭਾਸ਼ਾ ਬੋਲਣੀ ਨਹੀਂ ਆਉਂਦੀ, ਨਾ ਹੀ ਪੰਜਾਬੀ, ਹਿੰਦੀ, ਇੰਗਲਿਸ਼, ਕੋਈ ਵੀ ਤੁਹਾਡੀ ਭਾਸ਼ਾ ਤੁਹਾਨੂੰ ਉਹ ਨਾ ਆਉਂਦੀ ਹੋਵੇ, ਤਾਂ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰੋਗੇ? ਸਮਾਜ ਦੇ ਵਿੱਚ ਕਿਸ ਤਰ੍ਹਾਂ ਰਹੋਗੇ? ਕਿਸ ਤਰ੍ਹਾਂ ਆਪਣੀਆਂ ਜ਼ਰੂਰਤਾਂ, ਆਪਣੇ ਵਿਚਾਰ ਜਿਹੜੇ ਇੱਕ ਦੂਸਰੇ ਤੱਕ ਪਹੁੰਚਾਓਗੇ? ਬਿਲਕੁਲ ਵੀ ਨਹੀਂ ਰਿਹਾ ਜਾ ਸਕਦਾ ਇਸ ਭਾਸ਼ਾ ਤੋਂ ਬਿਨਾਂ। ਤਾਂ ਭਾਸ਼ਾ ਜਿਹੜੀ ਹੈਗੀ ਆ ਉਹ ਮਨੁੱਖ ਦਾ ਆਪਾਂ ਕਹਿ ਲਈਏ ਵਿਕਾਸ ਕਰਦੀ ਹੈ। ਭਾਸ਼ਾ ਮਨੁੱਖ ਦਾ ਵਿਕਾਸ ਕਰਦੀ ਹੈ, ਭਾਸ਼ਾ ਮਨੁੱਖ ਨੂੰ ਵਿਕਸਿਤ ਬਣਾਉਂਦੀ ਹੈ। ਤਾਂ ਕਰਕੇ ਭਾਸ਼ਾ ਜਿਹੜੀ ਆ ਉਹ ਬਹੁਤ ਬਹੁਤ ਇੰਪੋਰਟੈਂਟ ਹੈ ਇੱਕ ਮਨੁੱਖ ਲਈ। ਹੁਣ ਭਾਸ਼ਾ ਦੇ ਰੂਪ ਬਾਰੇ ਗੱਲ ਕਰਦੇ ਹਾਂ। ਭਾਸ਼ਾ ਦੇ ਰੂਪ, ਭਾਸ਼ਾ ਦੇ ਰੂਪ ਕਿੰਨੇ ਅਤੇ ਕਿਹੜੇ ਹਨ? ਦੇਖਿਏ, ਮੁੱਖ ਤੌਰ ਤੇ ਜਿਹੜੇ ਭਾਸ਼ਾ ਦੇ ਰੂਪ ਹੈਗੇ ਆ ਉਹ ਕਿੰਨੇ ਨੇ? 2 ਹੈ। ਤਾਂ ਮੁੱਖ ਤੌਰ ਤੇ ਭਾਸ਼ਾ ਦੇ 2 ਰੂਪ ਹਨ। ਕਿਹੜੇ ਕਿਹੜੇ? ਪਹਿਲਾ ਹੈ ਮੌਖਿਕ ਭਾਸ਼ਾ ਰੂਪ, ਤੇ ਦੂਸਰਾ ਹੈ ਲਿਖਤ। ਨਾਮ ਤੋਂ ਹੀ ਤੁਹਾਨੂੰ ਸਮਝ ਆ ਰਿਹਾ ਹੋਏਗਾ ਕਿ ਮੌਖਿਕ ਅਤੇ ਲਿਖਤ ਜਿਹੜਾ ਹੈਗਾ ਭਾਸ਼ਾ ਰੂਪ ਕਿਹੜੇ ਹੈਗੇ ਆ। ਮੌਖਿਕ ਐਸਾ ਰੂਪ ਹੈ ਜਿਹੜਾ ਬੋਲ ਕੇ, ਜਿਸ ਦੇ ਐਸੀ ਭਾਸ਼ਾ ਦਾ ਰੂਪ ਜਿਸ ਦੇ ਰਾਹੀਂ ਅਸੀਂ ਬੋਲ ਕੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ, ਉਸਨੂੰ ਅਸੀਂ ਮੌਖਿਕ ਭਾਸ਼ਾ ਕਹਿੰਦੇ ਹਾਂ। ਲਿਖਿਤ ਭਾਸ਼ਾ ਉਹ ਹੁੰਦੀ ਹੈ ਜਿਸ ਦੇ ਵਿੱਚ, ਇਸ ਰੂਪ ਦੇ ਵਿੱਚ ਅਸੀਂ ਆਪਣੀ ਵਿਚਾਰਾਂ ਨੂੰ, ਆਪਣੀ ਗੱਲਬਾਤ ਨੂੰ ਲਿਖ ਕੇ ਇੱਕ ਦੂਜੇ ਤੱਕ ਪਹੁੰਚਾਉਂਦੇ ਹਾਂ, ਉਸਨੂੰ ਅਸੀਂ ਲਿਖਿਤ ਰੂਪ ਕਹਿੰਦੇ ਹਾਂ। ਮੌਖਿਕ ਰੂਪ ਜਿਹੜਾ ਹੈਗਾ ਅਸਲ ਦੇ ਵਿੱਚ ਉਹ ਮੁੱਢਲਾ ਰੂਪ ਹੈ, ਯਾਨੀ ਕਿ ਜਦ ਸਭ ਤੋਂ ਪਹਿਲਾਂ ਭਾਸ਼ਾ ਜਿਹੜੀ ਆ ਹੋਂਦ ਦੇ ਵਿੱਚ ਆਈ ਤਾਂ ਕਿਸ ਰੂਪ ਦੇ ਵਿੱਚ ਆਈ ਸੀ? ਉਹ ਮੌਖਿਕ ਰੂਪ ਦੇ ਵਿੱਚ ਆਈ। ਫਿਰ ਉਸਨੂੰ ਜਿਹੜਾ ਹੈ ਲਿਖਤ ਦਾ ਰੂਪ ਜਿਹੜਾ ਦਿੱਤਾ ਗਿਆ, ਉਹਦੇ ਵਿੱਚ ਵਿਆਕਰਨ ਦੇ ਨਿਯਮ ਲਗਾਏ ਗਏ, ਉਹਨੂੰ ਸਹੀ ਤਰੀਕੇ ਨਾਲ ਲਿਖਿਆ ਗਿਆ, ਉਹਨਾਂ ਨੂੰ ਲਿਪੀ ਜਿਹੜੀ ਹੈਗੀ ਆ ਉਹ ਵਿਕਸਿਤ ਕੀਤੀ ਗਈ, ਤੇ ਫਿਰ ਉਸਨੂੰ ਲਿਖਿਤ ਰੂਪ ਦਿੱਤਾ ਗਿਆ। ਤਾਂ ਮੌਖਿਕ ਜਿਹੜਾ ਹੈਗਾ ਭਾਸ਼ਾ ਦਾ ਉਹ ਮੁੱਢਲਾ ਰੂਪ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਸ਼ਾ ਦੇ ਕਿੰਨੇ ਰੂਪ ਹਨ? ਭਾਸ਼ਾ ਦੇ 2 ਰੂਪ ਹਨ। ਕਿਹੜੇ ਕਿਹੜੇ? ਮੌਖਿਕ ਤੇ ਲਿਖਿਤ। ਹੁਣ ਮੌਖਿਕ ਕਿਹੜੇ ਕਿਹੜੇ ਰੂਪ ਹੈ ਮੌਖਿਕ ਦੇ? ਜੇ ਆਪਾਂ ਕਹਿ ਲਈਏ ਨਾਮ ਅਲੱਗ-ਅਲੱਗ ਕਹਿ ਲਈਏ, ਤਾਂ ਭਾਸ਼ਾ ਦੇ ਜਿਹੜਾ ਮੌਖਿਕ ਰੂਪ ਹੈ ਉਸਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਮੁੱਢਲਾ ਰੂਪ ਹੈ। ਮੌਖਿਕ ਨੂੰ ਮੁੱਢਲਾ ਰੂਪ ਕਹਿ ਸਕਦੇ ਹਾਂ। ਮੌਖਿਕ ਨੂੰ ਅਸੀਂ ਪਹਿਲਾ ਰੂਪ ਵੀ ਕਹਿ ਸਕਦੇ ਹਾਂ। ਭਾਸ਼ਾ ਦਾ ਸਭ ਤੋਂ ਪਹਿਲਾ ਰੂਪ ਜਿਹੜਾ ਹੈਗਾ ਉਹ ਮੌਖਿਕ ਰੂਪ ਸੀ। ਇਸਨੂੰ ਅਸੀਂ ਆਰੰਭਿਕ ਰੂਪ ਵੀ ਕਹਿ ਸਕਦੇ ਹਾਂ। ਇਹ ਵੀ ਇੱਕ ਸ਼ਬਦ ਜਿਹੜਾ ਹੈ ਪੇਪਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਇਸਨੂੰ
ਅਮਲੀ ਰੂਪ ਵੀ ਜਿਹੜਾ ਹੈਗਾ ਭਾਸ਼ਾ ਦਾ ਕਿਹਾ ਜਾਂਦਾ ਹੈ। ਮੌਖਿਕ ਨੂੰ ਅਮਲੀ ਮਤਲਬ ਸਭ ਤੋਂ ਪਹਿਲਾਂ ਅਮਲ ਦੇ ਵਿੱਚ ਇਹ ਭਾਸ਼ਾ ਜਿਹੜੀ ਹੈ ਇਹ ਰੂਪ ਜਿਹੜਾ ਲੈ ਕੇ ਆਇਆ ਗਿਆ ਸੀ, ਜਾਂ ਇਸ ਨੂੰ ਆਪਾਂ ਬੋਲਦੇ ਹਾਂ, ਇਸ ਰੂਪ ਨੂੰ ਅਸੀਂ ਅਮਲ ਦੇ ਵਿੱਚ ਲੈ ਕੇ ਆਉਂਦੇ ਹਾਂ। ਇਸ ਨੂੰ ਅਸਲੀ ਤੇ ਵਿਵਹਾਰਿਕ ਰੂਪ ਵੀ ਜਿਹੜਾ ਹੈਗਾ ਉਹ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਮੋਸਟਲੀ ਜਿਹੜਾ ਵਿਵਹਾਰ ਕੀਤਾ ਜਾਂਦਾ ਹੈ। ਔਰ ਸਭ ਤੋਂ ਇੰਪੋਰਟੈਂਟ ਸ਼ਬਦ ਜਿਹੜਾ ਪੇਪਰ ਦੇ ਵਿੱਚ ਦੇਖਿਆ ਜਾਂਦਾ ਹੈ ਉਹ ਹੈ ਮੂਲ ਰੂਪ। ਤਾਂ ਮੌਖਿਕ ਨੂੰ ਭਾਸ਼ਾ ਦਾ ਮੂਲ ਰੂਪ ਵੀ ਕਿਹਾ ਜਾਂਦਾ ਹੈ। ਤਾਂ ਭਾਸ਼ਾ ਦੇ ਮੌਖਿਕ ਰੂਪ ਨੂੰ ਮੂਲ ਰੂਪ ਜਿਹੜਾ ਉਹ ਕਿਹਾ ਜਾਂਦਾ ਹੈ, ਮੁੱਢਲਾ ਰੂਪ ਕਿਹਾ ਜਾਂਦਾ ਹੈ, ਪਹਿਲਾ ਰੂਪ ਕਿਹਾ ਜਾਂਦਾ ਹੈ, ਅਮਲੀ ਤੇ ਵਿਵਹਾਰਿਕ ਰੂਪ ਜਿਹੜਾ ਉਹ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਲਿਖਤ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਲਿਖਿਤ ਜਿਹੜਾ ਹੈਗਾ ਉਹ ਉਸਨੂੰ ਕਿਸ ਤਰ੍ਹਾਂ ਦਾ ਰੂਪ ਕਿਹਾ ਜਾਂਦਾ ਹੈ। ਦੇਖੋ, ਜਿਹੜਾ ਲਿਖਿਤ ਕੰਮ ਹੈਗਾ ਉਹ ਸਾਰਾ ਜਿਹੜਾ ਆਪਾਂ ਕਹੀਏ ਕਿਸੇ ਵੀ ਏਰੀਆ ਦੀ ਜਿਹੜੀ ਭਾਸ਼ਾ ਹੁੰਦੀ ਹੈ ਉਹਦਾ ਜਿਹੜਾ ਆਫੀਸ਼ੀਅਲ ਜਿੰਨਾ ਵੀ ਕੰਮ ਹੁੰਦਾ ਉਹ ਸਾਰਾ ਲਿਖਿਤ ਰੂਪ ਵਿੱਚ ਹੁੰਦਾ ਹੈ। ਤਾਂ ਭਾਸ਼ਾ ਦਾ ਜਿਹੜਾ ਰੂਪ ਹੈਗਾ ਉਹਦੀ ਜਿਹੜੀ ਲਿਖਿਤ ਰੂਪ ਹੈ ਉਸਨੂੰ ਅਸੀਂ, ਜਾਂ ਲਿਖਿਤ ਰੂਪ ਵਾਲੀ ਭਾਸ਼ਾ ਨੂੰ ਅਸੀਂ ਟਕਸਾਲੀ ਭਾਸ਼ਾ ਵੀ ਜਿਹੜਾ ਇੱਥੇ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਆਪਾਂ ਉਸਨੂੰ ਟਕਸਾਲੀ ਭਾਸ਼ਾ ਜਿਹੜੀ ਹੈ ਕਹਿੰਦੇ ਹਾਂ ਜੀ। ਇਸ ਨੂੰ ਕੇਂਦਰੀ ਰੂਪ ਵੀ ਕਿਹਾ ਜਾਂਦਾ ਹੈ ਲਿਖਿਤ ਨੂੰ। ਇਸ ਤੋਂ ਇਲਾਵਾ ਇਸ ਨੂੰ ਮਿਆਰੀ ਰੂਪ ਵੀ ਕਿਹਾ ਜਾਂਦਾ ਹੈ। ਲਿਖਿਤ ਭਾਸ਼ਾ ਦੇ ਰੂਪ ਨੂੰ ਮਿਆਰੀ ਰੂਪ ਵੀ ਕਿਹਾ ਜਾਂਦਾ ਹੈ। ਇਸ ਨੂੰ ਮੰਨੀ ਪ੍ਰਮੰਨੀ ਸਾਹਿਤਿਕ, ਕਿਉਂਕਿ ਸਾਹਿਤ ਦੀ ਭਾਸ਼ਾ ਵੀ ਜਿਹੜੀ ਹੈਗੀ ਉਹ ਲਿਖਤ ਦੇ ਵਿੱਚ ਆਪਾਂ ਨੂੰ ਮਿਲਦਾ ਭਾਸ਼ਾ ਦਾ ਰੂਪ, ਤਾਂ ਸਾਹਿਤਿਕ ਭਾਸ਼ਾ ਵੀ ਜਿਹੜੀ ਹੈ ਭਾਸ਼ਾ ਦਾ ਲਿਖਿਤ ਰੂਪ ਹੀ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਕਿਤਾਬੀ ਰੂਪ ਵੀ ਕਿਹਾ ਜਾਂਦਾ ਹੈ। ਕਿਤਾਬੀ ਇਸ ਕਰਕੇ ਕਿਉਂਕਿ ਕਿਤਾਬਾਂ ਦੇ ਵਿੱਚ ਜਿਹੜੀ ਆਪਾਂ ਨੂੰ ਭਾਸ਼ਾ ਮਿਲਦੀ ਹੈ ਉਹ ਵੀ ਲਿਖਿਤ ਰੂਪ ਦਾ ਹੀ ਜਿਹੜਾ ਇੱਕ ਉਦਾਹਰਨ ਹੁੰਦੀ ਹੈ। ਤਾਂ ਆਪਾਂ ਇੱਥੇ ਦੇਖਿਆ ਕਿ ਭਾਸ਼ਾ ਦੇ ਦੋ ਰੂਪ ਹਨ, ਮੌਖਿਕ ਤੇ ਲਿਖਿਤ। ਮੌਖਿਕ ਜਿਹੜਾ ਹੈ ਉਸ ਨੂੰ ਅਸੀਂ ਜਿਹੜਾ ਹੈ ਮੁੱਢਲਾ ਰੂਪ ਵੀ ਕਹਿ ਸਕਦੇ ਹਾਂ, ਉਸ ਨੂੰ ਅਸੀਂ ਪਹਿਲਾ ਆਰੰਭਿਕ ਰੂਪ ਵੀ ਕਹਿ ਸਕਦੇ ਹਾਂ, ਅਮਲੀ ਰੂਪ ਵੀ ਕਹਿ ਸਕਦੇ ਹਾਂ, ਅਸਲੀ ਰੂਪ, ਵਿਵਹਾਰਿਕ ਰੂਪ ਵੀ ਕਿਹਾ ਜਾਂਦਾ ਹੈ ਤੇ ਮੂਲ ਰੂਪ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰ ਲਈਏ ਇਸ ਨੂੰ ਉਚਾਰਨ ਵਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਭਾਸ਼ਾ ਉਚਾਰੀ ਜਾਂਦੀ ਹੈ, ਮੂੰਹੋਂ ਉਚਾਰੀ ਜਾਂਦੀ ਹੈ, ਤਾਂ ਉਚਾਰਨ ਵਾਲੀ ਭਾਸ਼ਾ ਇਸ ਨੂੰ ਕਿਹਾ ਜਾਂਦਾ ਹੈ। ਜਾਂ ਇਸ ਨੂੰ ਬੋਲ ਚਾਲ ਦੀ ਭਾਸ਼ਾ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ, ਬੋਲ ਚਾਲ ਦੀ ਭਾਸ਼ਾ। ਇਸ ਤੋਂ ਇਲਾਵਾ ਇਸ ਨੂੰ ਜ਼ੁਬਾਨੀ ਵੀ ਕਿਹਾ ਜਾਂਦਾ ਹੈ, ਕਿਉਂਕਿ ਜ਼ੁਬਾਨ ਤੋਂ ਬੋਲੀ ਜਾਣ ਵਾਲੀ ਰੂਪ ਜਿਹੜਾ ਭਾਸ਼ਾ ਦਾ ਉਹ ਮੌਖਿਕ ਰੂਪ ਹੈ, ਤੇ ਇਸ ਕਰਕੇ ਇਸ ਨੂੰ ਜ਼ੁਬਾਨੀ ਵੀ ਕਿਹਾ ਜਾਂਦਾ ਹੈ। ਦੂਜੇ ਪਾਸੇ ਲਿਖਤ ਨੂੰ ਟਕਸਾਲੀ ਭਾਸ਼ਾ ਦਾ ਰੂਪ ਕਿਹਾ ਜਾਂਦਾ ਹੈ, ਕੇਂਦਰੀ ਭਾਸ਼ਾ ਕਿਹਾ ਜਾਂਦਾ ਹੈ, ਮਿਆਰੀ ਭਾਸ਼ਾ ਕਿਹਾ ਜਾਂਦਾ ਹੈ, ਕਿਉਂਕਿ ਵਿਆਕਰਨ ਦੇ ਨਿਯਮਾਂ ਦੇ ਅੰਦਰ ਰਹਿ ਕੇ ਇਸ ਨੂੰ ਜਿਹੜਾ ਲਿਖਿਆ ਜਾਂਦਾ ਹੈ। ਮੰਨੀ ਪ੍ਰਮੰਨੀ ਜਿਹੜੀ ਹੈਗੀ ਹੈ ਇਸ ਨੂੰ ਮੰਨਿਆ ਜਾਂਦਾ ਹੈ। ਸਾਹਿਤਿਕ ਰੂਪ ਇਸ ਨੂੰ ਕਿਹਾ ਜਾਂਦਾ ਹੈ। ਸਾਹਿਤਿਕ ਭਾਸ਼ਾ ਦਾ ਰੂਪ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸਾਹਿਤ ਜਿਸ ਭਾਸ਼ਾ ਦੇ ਵਿੱਚ ਲਿਖਿਆ ਜਾਂਦਾ ਹੈ ਕਿਸੇ ਏਰੀਆ ਦਾ, ਤਾਂ ਉਹ ਜਿਹੜਾ ਹੈ ਲਿਖਿਤ ਰੂਪ ਹੀ ਹੁੰਦਾ ਭਾਸ਼ਾ ਦਾ। ਕਿਤਾਬੀ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ। ਇਹ ਤਾਂ ਹੋ ਗਈ ਜੀ ਭਾਸ਼ਾ। ਭਾਸ਼ਾ ਕੀ ਹੁੰਦੀ ਹੈ? ਭਾਸ਼ਾ ਜਿਹੜਾ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਇੱਕ ਸਾਧਨ ਹੈ, ਜਿਸ ਦੇ ਬਿਨਾਂ ਮਨੁੱਖ ਜਿਹੜਾ ਨਹੀਂ ਰਹਿ ਸਕਦਾ। ਮਨੁੱਖ ਨੂੰ ਵਿਕਸਿਤ ਕਰਦੀ ਹੈ ਭਾਸ਼ਾ। ਭਾਸ਼ਾ ਦੇ ਦੋ ਰੂਪ ਹੁੰਦੇ ਨੇ, ਮੌਖਿਕ ਤੇ ਲਿਖਿਤ। ਮੌਖਿਕ ਜਿਹੜਾ ਹੈਗਾ ਉਹ ਹੁੰਦਾ ਜਿਹੜਾ ਅਸੀਂ ਬੋਲ ਕੇ ਆਪਣੇ ਵਿਚਾਰ ਜਿਹੜੇ ਹੈਗੇ ਇੱਕ ਪਰਸਨ ਜਿਹੜਾ ਦੂਸਰੇ ਪਰਸਨ ਤੱਕ ਪਹੁੰਚਾਉਂਦਾ ਹੈ, ਜਿਸ ਨੂੰ ਬੋਲਚਾਲ ਦੀ ਭਾਸ਼ਾ, ਜ਼ੁਬਾਨੀ ਭਾਸ਼ਾ। ਮੁੱਢਲਾ ਰੂਪ ਜਿਹੜਾ ਉਸਨੂੰ ਕਿਹਾ ਜਾਂਦਾ ਹੈ, ਪਹਿਲਾ ਰੂਪ ਕਿਹਾ ਜਾਂਦਾ ਹੈ, ਅਮਲੀ ਤੇ ਵਿਵਹਾਰਿਕ ਰੂਪ ਕਿਹਾ ਜਾਂਦਾ ਹੈ, ਮੂਲ ਰੂਪ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜਾ ਦੂਸਰਾ ਰੂਪ ਹੈ ਲਿਖਿਤ ਰੂਪ, ਤਾਂ ਲਿਖਿਤ ਰੂਪ ਨੂੰ ਅਸੀਂ ਟਕਸਾਲੀ, ਕੇਂਦਰੀ, ਮਿਆਰੀ, ਮੰਨੀ ਪ੍ਰਮੰਨੀ, ਸਾਹਿਤਿਕ ਭਾਸ਼ਾ ਜਾਂ ਕਿਤਾਬੀ ਭਾਸ਼ਾ ਵੀ ਜਿਹੜਾ ਉਹ ਕਿਹਾ ਜਾਂਦਾ ਹੈ। ਇਹ ਹੋ ਗਈ ਜੀ ਅੱਜ ਆਪਣਾ ਭਾਸ਼ਾ ਕੀ ਹੁੰਦੀ ਹੈ, ਭਾਸ਼ਾ ਕਿਉਂ ਜ਼ਰੂਰੀ ਹੈ, ਤੇ ਭਾਸ਼ਾ ਦੇ ਰੂਪ ਕਿਹੜੇ ਹਨ, ਤੇ ਉਹਨਾਂ ਦੇ ਹੋਰ ਜਿਹੜੇ ਹੈਗੇ ਨਾਮ ਜਿਹੜੇ ਆਪਾਂ ਇੱਥੇ ਦੇਖ ਸਕਦੇ, ਕਿਉਂਕਿ ਪੇਪਰ ਦੇ ਵਿੱਚ ਇਹਨਾਂ ਦੇ ਥਰੂ ਵੀ ਜਿਹੜੇ ਕੁਐਸਚਨ ਪੁੱਛੇ ਜਾ ਸਕਦੇ ਆ ਕਿ ਭਾਸ਼ਾ ਦਾ ਮੁੱਢਲਾ ਰੂਪ ਕਿਹੜਾ ਹੈ, ਤਾਂ ਉਸਦਾ ਆਨਸਰ ਮੌਖਿਕ ਹੋਏਗਾ। ਜਾਂ ਆ ਸਕਦਾ ਕਿ ਭਾਸ਼ਾ ਦਾ ਵਿਵਹਾਰਿਕ ਜਾਂ ਅਮਲੀ ਰੂਪ ਜਿਹੜਾ ਹੈ ਉਹ ਕਿਹੜਾ ਹੈ, ਤਾਂ ਉਸਦਾ ਆਨਸਰ ਵੀ ਜਿਹੜਾ ਉਹ ਮੌਖਿਕ ਹੋਏਗਾ। ਅਗਰ ਪੇਪਰ 'ਚ ਕੁਐਸਚਨ ਆਉਂਦਾ ਹੈ ਕਿ ਭਾਸ਼ਾ ਦਾ ਮੰਨਾ ਪ੍ਰਮੰਨਾ ਜਿਹੜਾ ਹੈ, ਮੰਨੀ ਪ੍ਰਮੰਨੀ ਰੂਪ ਜਿਹੜਾ ਹੈ ਉਹ ਕਿਹੜਾ ਹੈ, ਤਾਂ ਉਹਦਾ ਆਨਸਰ ਲਿਖਿਤ ਹੋਏਗਾ। ਟਕਸਾਲੀ ਭਾਸ਼ਾ ਦਾ ਰੂਪ ਕਿਹੜਾ ਹੈ, ਤਾਂ ਉਹ ਲਿਖਿਤ ਹੋਏਗਾ। ਭਾਸ਼ਾ ਦਾ ਸਾਹਿਤਿਕ ਰੂਪ ਕਿਹੜਾ ਹੈ, ਤਾਂ ਉਹ ਵੀ ਲਿਖਿਤ ਰੂਪ ਹੋਏਗਾ। ਤਾਂ ਇਸ ਤਰ੍ਹਾਂ ਜਿਹੜੇ ਕੁਐਸਚਨ ਹੈ ਇਹਨਾਂ ਨਾਮ ਨਾਲ ਵੀ ਜਿਹੜੇ ਪੇਪਰ ਦੇ ਵਿੱਚ ਫਾਰਮ ਹੋ ਸਕਦੇ ਨੇ। ਇਹ ਗੱਲ ਹੋ ਗਈ ਜੀ ਭਾਸ਼ਾ ਤੇ ਉਸਦੇ ਰੂਪ ਬਾਰੇ। ਹਾਂਜੀ, ਤਾਂ ਅੱਜ ਆਪਾਂ ਪੰਜਾਬੀ ਗ੍ਰਾਮਰ ਦੇ ਵਿੱਚ ਭਾਸ਼ਾ ਦੇ ਬਾਰੇ ਸਮਝਿਆ ਤੇ ਭਾਸ਼ਾ ਦੇ ਰੂਪ ਬਾਰੇ ਸਮਝਿਆ। ਐਂਡ ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਵਧੀਆ ਲੱਗੀ ਹੋਏਗੀ, ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਤੇ ਜੇ ਤੁਸੀਂ ਇਸੇ ਤਰ੍ਹਾਂ ਪੰਜਾਬੀ ਗ੍ਰਾਮਰ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤੇ ਪੰਜਾਬੀ ਗ੍ਰਾਮਰ ਔਰ ਭਾਸ਼ਾ ਬਾਰੇ ਡਿਟੇਲ ਇਨਫੋਰਮੇਸ਼ਨ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਮਿਲ ਜਾਏਗੀ। ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚੋਂ ਮਿਲ ਜਾਏਗਾ। ਥੈਂਕ ਯੂ।